ਸੋਨਿਕਾ ਆਪਣੀ ਫਰੈਂਡ ਮੋਨਿਕਾ ਨੂੰ ਮਿਲਣ ਉਸਦੇ ਘਰ ਗਈ ਅਤੇ ਉਸਨੇ ਆਪਣੀ ਫਰੈਂਡ ਕੋਲੋਂ ਐਡਰੈਸ ਮੰਗਿਆ। ਉਸ ਐਡਰੈਸ ਦੀ ਹੈਲਪ ਨਾਲ ਫਾਈਨਲੀ ਸੋਨਿਕਾ ਆਪਣੀ ਫਰੈਂਡ ਦੇ ਘਰ ਪਹੁੰਚ ਗਈ। ਇਸ ਤਰ੍ਹਾਂ ਸੋਨਿਕਾ ਨੇ ਐਡਰੈਸ ਦੇ ਰੈਫਰੈਂਸ ਦੇ ਨਾਲ ਐਗਜ਼ੈਕਟ ਲੋਕੇਸ਼ਨ ਉਸ ਹਾਊਸ ਦੀ ਫਾਈਂਡ ਆਊਟ ਕੀਤੀ। Similarly, we can find the exact location of any point. So, I'm Dr. Minu, Maths Mistress from Government Senior Secondary School, Jalal Usma, is going to discuss about a topic called coordinate geometry. So, let's start with the topic. ਜਿਸ ਤਰ੍ਹਾਂ ਕਿ ਐਡਰੈਸ ਇੱਕ ਰੈਫਰੈਂਸ ਪੁਆਇੰਟ ਬਣਿਆ ਸੀ ਲੋਕੇਸ਼ਨ ਨੂੰ ਫਾਈਂਡ ਆਊਟ ਕਰਨ ਵਾਸਤੇ ਐਗਜ਼ੈਕਟ ਘਰ ਦੀ, ਇਸੇ ਤਰ੍ਹਾਂ ਹੀ ਅਸੀਂ ਕਿਸੇ ਪੁਆਇੰਟ ਦੀ ਐਗਜ਼ੈਕਟ ਲੋਕੇਸ਼ਨ ਦੇਖਣ ਦੇ ਵਾਸਤੇ ਰੈਫਰੈਂਸ ਲੈਂਦੇ ਆ ਐਕਸ ਐਕਸਿਸ ਤੇ ਵਾਈ ਐਕਸਿਸ ਦੀ। ਐਕਸਿਸ ਇਹਨੂੰ ਅਸੀਂ ਕੀ ਬੋਲਦੇ ਆ ਐਕਸ ਤੁਰਾ, ਤੇ ਇਹ ਵਾਲਾ ਜਿਹੜਾ ਹੁੰਦਾ ਤੁਹਾਡੇ ਕੋਲ ਇਹਨੂੰ ਬੋਲਦੇ ਸੀ ਵਾਈ ਤੁਰਾ। ਠੀਕ ਹੈ, ਇਹ ਤੁਹਾਡੇ ਕੋਲ ਹੁੰਦਾ ਹੈ ਵਾਈ ਤੁਰਾ। ਇਹਨੂੰ ਅਸੀਂ ਬੋਲਦੇ ਲੇਟਵੀਂ ਰੇਖਾ, ਤੇ ਇਹ ਸਾਡੇ ਕੋਲ ਕੀ ਹੁੰਦੀ ਹੈ ਖੜਵੀਂ ਰੇਖਾ। ਹੁਣ ਅਸੀਂ ਕਿਸੇ ਵੀ ਬਿੰਦੂ ਦੀ ਲੋਕੇਸ਼ਨ ਵਿਦ ਰੈਫਰੈਂਸ ਟੂ ਐਕਸ ਐਕਸਿਸ ਐਂਡ ਵਾਈ ਐਕਸਿਸ ਪਤਾ ਲਗਾ ਸਕਦੇ ਹਾਂ। ਫॉर एग्जांपल ਕਿ ਸਾਡੇ ਕੋਲ ਪੁਆਇੰਟ A ਹੈ, ਇਸ ਪੁਆਇੰਟ ਨੂੰ ਅਸੀਂ ਡਰਾ ਕੀਤਾ। ਇਹ ਕੀ ਹੈ ਤੁਹਾਡੇ ਕੋਲ ਪੁਆਇੰਟ ਦੇਖੋ x ਦਾ ਕਿੰਨਾ ਇੱਥੇ 2 ਤੇ y ਦਾ ਪੁਆਇੰਟ y ਦਾ ਕੀ ਹੈ 3। y ਧੁਰੇ ਤੋਂ ਦੂਰੀ ਦੇਖੋ ਉਹ ਕੀ ਹੁੰਦਾ x ਕੋਆਰਡੀਨੇਟ, ਤੇ x ਧੁਰੇ ਤੋਂ ਜਿਹੜੀ ਦੂਰੀ ਹੁੰਦੀ ਉਹ ਹੁੰਦਾ y ਕੋਆਰਡੀਨੇਟ। ਤੇ ਇਹ ਪੁਆਇੰਟ ਨੂੰ ਅਸੀਂ ਡਰਾ ਕੀਤਾ, ਇਹ ਪੁਆਇੰਟ ਕਿੰਨਾ ਤੁਹਾਡੇ ਕੋਲ 2,3। ਸੈਕਿੰਡ ਅਸੀਂ ਪੁਆਇੰਟ ਮੰਨ ਲਓ ਲੈ ਲੈਂਦੇ 4,4। ਅਸੀਂ x ਐਕਸਿਸ ਤੇ y ਐਕਸਿਸ ਦੇ ਵਿਦ ਰੈਫਰੈਂਸ ਇੱਕ ਪੁਆਇੰਟ ਦੀ ਜਿਹੜੀ ਲੋਕੇਸ਼ਨ ਲਿਖ ਲਈ। ਇਹ ਵਾਲਾ ਪੁਆਇੰਟ ਤੁਹਾਡੇ ਕੋਲ ਕਿੰਨਾ ਬਣ ਗਿਆ 4,4। ਦੋ ਪੁਆਇੰਟਸ ਆ ਗਏ। ਹੁਣ ਅਸੀਂ ਕੀ ਕਰਨਾ, ਅਸੀਂ ਫਾਈਂਡ ਆਊਟ ਕਰਨਾ ਵਾ distance between these two points. ठीक है, we can easily find the distance between these two points by using the distance formula. distance formula ਦੇਖੋ ਕੀ ਹੁੰਦਾ, ਹੁਣ ਜਿਹੜਾ ਫਰਸਟ ਵਾਲਾ ਪੁਆਇੰਟ ਹੁੰਦਾ ਇਹ ਹੁੰਦਾ x1, ਇਹਨੂੰ ਅਸੀਂ ਪੰਜਾਬੀ ਚ ਭੁਜ ਬੋਲਦੇ ਆ, ਤੇ ਇਹ ਹੈਗਾ y1, ਇਹ ਹੁੰਦਾ ਕੋਟੀ। x ਦਾ ਕੋਆਰਡੀਨੇਟ ਜਿਹੜਾ ਹੁੰਦਾ ਇਹਨੂੰ ਬੋਲਦੇ ਸੀ ਭੁਜ, ਤੇ ਇਹਨੂੰ ਬੋਲਦੇ ਆ ਕੋਟੀ। ਇੰਗਲਿਸ਼ ਦੇ ਵਿੱਚ ਬੋਲਦੇ ਆ ਐਬਸਿਸਾ ਐਂਡ ਦਿਸ ਇਜ਼ ਆਰਡੀਨੇਟ। ਇਹ ਹੋਇਆ x1 y1 x2 ਤੇ y2। ਡਿਸਟੈਂਸ ਫਾਰਮੂਲਾ ਸੀ ਜੇ ਦੇਖਣਾ ਹੋਵੇ, ਜੇ ਇਹਨਾਂ ਪੁਆਇੰਟਸ ਦਾ ਅਸੀਂ ਨਾਮ ਰੱਖਣਾ ਹੋਵੇ, ਮੰਨ ਲਓ ਕਿ ਇਹ ਤੁਹਾਡੇ ਕੋਲ ਹੈ ਪੁਆਇੰਟ P ਤੇ ਇਹ ਪੁਆਇੰਟ ਹੈ Q, ਤੇ ਪੁਆਇੰਟ PQ ਤੁਹਾਡੇ ਕੋਲ ਕੀ ਬਣੇਗਾ, ਪੁਆਇੰਟ PQ ਹੈਗਾ ਡਿਸਟੈਂਸ ਇਹਨਾਂ ਦੋਨਾਂ ਪੁਆਇੰਟਸ ਦਾ, ਤੇ ਉਹ ਕੀ ਬਣੇਗਾ ਅੰਡਰ ਰੂਟ ਆਫ। ਦੇਖੋ ਕੀ ਕਰਨਾ ਸੀ, ਪਹਿਲਾਂ ਜਿਹੜਾ Q ਪੁਆਇੰਟ ਲਿਖਿਆ ਹੋਇਆ ਇਹਦੇ ਕੋਆਰਡੀਨੇਟਸ ਦੇਖੋ ਆਹ ਵਾਲੇ ਹੈ, ਆ Q ਪੁਆਇੰਟ ਹੈ, ਇਹਦੇ x ਵਾਲੇ ਦੇ ਵਿੱਚੋਂ P ਵਾਲੇ ਦਾ x ਮਾਈਨਸ ਕਰਨਾ, x2 ਮਾਈਨਸ x1 ਦਾ ਸਕੁਅਰ ਪਲੱਸ y2 ਮਾਈਨਸ y1 ਦਾ ਸਕੁਅਰ। ਹੁਣ ਇਹ ਤੁਹਾਡੇ ਕੋਲ ਕੀ ਬਣੇਗਾ, ਹੁਣ ਸਿੰਪਲ ਦੇਖੋ ਕੀ ਹੈ, ਤੁਸੀਂ ਕੀ ਯਾਦ ਰੱਖਣਾ ਹੈ ਕਿ ਦੇਖੋ PQ ਲਿਖਿਆ ਹੋਇਆ ਨਾ, ਸੈਕਿੰਡ ਵਾਲਾ ਜਿਹੜਾ ਇਹ ਸੀ Q ਲਿਆ ਹੋਇਆ ਪੁਆਇੰਟ, ਸੈਕਿੰਡ ਵਾਲੇ ਦੇ x ਕੋਆਰਡੀਨੇਟ ਦੇ ਵਿੱਚੋਂ ਫਸਟ ਵਾਲੇ ਦਾ x ਕੋਆਰਡੀਨੇਟ ਮਾਈਨਸ ਕਰ ਦੇਣਾ, ਮਤਲਬ ਭੁਜ ਮਾਈਨਸ ਕਰ ਦੇਣੇ। ਸੈਕਿੰਡ ਵਾਲੇ ਦਾ ਭੁਜ ਕਿੰਨਾ ਵਾ 4, ਇਹਦੇ ਵਿੱਚੋਂ ਕੀ ਮਾਈਨਸ ਕਰ ਦੇਣਾ 2, 4 ਮਾਈਨਸ 2 ਸਕੁਅਰ ਪਲੱਸ y2 ਕਿੰਨਾ ਹੈ 4, 4 ਮਾਈਨਸ 3 ਦਾ ਸਕੁਅਰ। ਸੋ ਤੁਹਾਡੇ ਕੋਲ ਇਹਦਾ ਡਿਸਟੈਂਸ ਕਿੰਨਾ ਆ ਗਿਆ 4 ਮਾਈਨਸ 2 ਕਿੰਨਾ ਹੋ ਗਿਆ 2, 2 ਸਕੁਅਰ ਪਲੱਸ 4 ਮਾਈਨਸ 3 ਕਿੰਨਾ ਹੋ ਗਿਆ 1, ਇਹ ਬਣ ਗਿਆ ਤੁਹਾਡੇ ਕੋਲ 1 ਸਕੁਅਰ। ਤੇ ਇਹ ਆ ਜਾਏਗਾ 4 ਪਲੱਸ 1, 4 ਪਲੱਸ 1 ਕਿੰਨਾ ਹੁੰਦਾ ਹੈ 5, ਤੇ ਉੱਪਰ ਕੀ ਹੈ ਅੰਡਰ ਰੂਟ। ਸੋ ਇਹਦਾ ਮਤਲਬ ਕੀ ਹੋਇਆ, ਇਹਨਾਂ ਦੋਨਾਂ ਦੇ ਵਿਚਕਾਰ ਜਿਹੜਾ ਡਿਸਟੈਂਸ ਆ ਉਹ ਕਿੰਨਾ ਆ ਅੰਡਰ ਰੂਟ 5। ਸੋ ਇਹ ਜਿਹੜਾ ਤੁਹਾਡੇ ਕੋਲ ਫਾਰਮੂਲਾ ਹੈ ਡਿਸਟੈਂਸ ਫਾਰਮੂਲਾ, ਜਿਹਨੂੰ ਪੰਜਾਬੀ ਦੇ ਵਿੱਚ ਕੀ ਕਹਿੰਦੇ ਆ ਦੂਰੀ ਸੂਤਰ, ਪੰਜਾਬੀ ਦੇ ਵਿੱਚ ਬੋਲਦੇ ਨੂੰ ਦੂਰੀ ਸੂਤਰ। ਹਾਂਜੀ, ਨੈਕਸਟ ਕੈਟਾਗਰੀ ਦੇ ਵਿੱਚ ਦੇਖੋ ਕੀ ਆਉਂਦਾ, ਅਸੀਂ ਫਾਈਂਡ ਆਊਟ ਕਰਨਾ ਫਾਈਂਡ ਦਾ ਏਰੀਆ ਆਫ ਏ ਟ੍ਰਾਇੰਗਲ ABC, ਜੋ ਕਿ ਕਿੰਨੇ ਪੁਆਇੰਟਸ ਤੋਂ ਮਿਲ ਕੇ ਬਣਿਆ ਹੋਇਆ ABC, ਤਿੰਨ ਪੁਆਇੰਟਸ ਦਿੱਤੇ ਹੋਏ ਉਸ ਤੋਂ ਮਿਲ ਕੇ ਬਣਿਆ ਹੋਇਆ। ਠੀਕ ਹੈ, ਪੰਜਾਬੀ ਦੇ ਵਿੱਚ ਕੀ ਬੋਲਦੇ ਫਾਈਂਡ ਏਰੀਆ ਆਫ ਟ੍ਰਾਇੰਗਲ, ਮਤਲਬ ਉਹ ਤ੍ਰਿਭੁਜ ਦਾ ਖੇਤਰਫਲ ਪਤਾ ਕਰਨਾ ਜੋ ਕਿ ਕਿਹੜੇ ਪੁਆਇੰਟਸ ਤੋਂ ਮਿਲ ਕੇ ਬਣਿਆ ਹੋਇਆ AB ਤੇ C, ਜੋ ਕਿ ਇਸ ਟ੍ਰਾਇੰਗਲ ਵਿੱਚ ਗਿਵਨ ਹੈ। ਇਹ ਪੁਆਇੰਟ ਕਿੰਨਾ ਦੇਖੋ -5,7। ਠੀਕ ਹੈ, ਇਸ ਪੁਆਇੰਟ ਨੂੰ ਅਸੀਂ ਕੀ ਮੰਨ ਲੈਂਦੇ ਹਾਂ, ਇਹ ਸਾਡੇ ਕੋਲ x1 ਹੈ ਤੇ ਇਹ ਪੁਆਇੰਟ ਹੋ ਗਿਆ y1। ਠੀਕ ਹੈ, ਇਹ ਪੁਆਇੰਟ ਹੈ x2 ਐਂਡ ਇਹ ਹੈ y2, ਤੇ ਥਰਡ ਵਾਲਾ ਇਹ ਪੁਆਇੰਟ ਹੈ x3 ਐਂਡ ਇਹ ਹੈ y3। ਸੋ ਏਰੀਆ ਆਫ ਟ੍ਰਾਇੰਗਲ ABC, ਦੇਖੋ ਏਰੀਆ ਕਿਹਦੇ ਇਕੁਅਲ ਹੁੰਦਾ ਹੁਣ, ਅੱਜ ਏਰੀਆ ਤੁਹਾਡੇ ਕੋਲ ਫਾਰਮੂਲਾ ਏਰੀਆ ਆਫ ਟ੍ਰਾਇੰਗਲ ABC ਫਾਈਂਡ ਆਊਟ ਕਰਨ ਦਾ। ਠੀਕ ਹੈ, ਇਹ ਸਾਰੀਆਂ ਵੈਲਿਊਜ਼ ਹੈ x1 x2 x3 y1 y2 y3 ਦੀਆਂ। ਜਦੋਂ ਤੁਸੀਂ ਸਾਰੀਆਂ ਵੈਲਿਊਜ਼ ਵਿੱਚ ਪੁੱਟ ਕਰੋਗੇ ਤੁਹਾਡੇ ਕੋਲ ਏਰੀਆ ਆਫ ਟ੍ਰਾਇੰਗਲ ਆ ਜਾਏਗਾ, ਪਰ ਤੁਸੀਂ ਇਸ ਤਰ੍ਹਾਂ ਨਹੀਂ ਕਰਨਾ। ਹੁਣ ਇਹਨੂੰ ਕਰਨ ਦਾ ਦੇਖੋ ਮੈਥਡ ਕੀ ਹੈ, ਇੱਕ
ਜਦੋਂ ਵੀ ਤੁਸੀਂ ਏਰੀਆ ਫਾਈਂਡ ਆਊਟ ਕਰਨਾ, ਹੁਣ ਉਹ ਏਰੀਆ ਚਾਹੇ ਟਰਾਇੰਗਲ ਦਾ ਆਏ, ਚਾਹੇ ਕੁਆਡਰੀਲੇਟਰਲ ਦਾ ਆਏ, ਮੀਨਸ ਚਾਹੇ ਉਹ ਤ੍ਰਿਭੁਜ ਹੋਵੇ, ਚਾਹੇ ਚਤੁਰਭੁਜ ਹੋਵੇ, ਚਤੁਰਭੁਜ ਦੇ ਵਿੱਚ ਵੀ ਕੋਈ ਵੀ ਚਤੁਰਭੁਜ, ਸਮਾਂਤਰ ਚਤੁਰਭੁਜ, ਆਇਤ ਹੋਵੇ, ਸਮ ਚਤੁਰਭੁਜ ਹੋਵੇ, ਵਰਗ ਹੋਵੇ, ਤ੍ਰਿਭੁਜ ਵੀ ਚਾਹੇ ਸਮਭੁਜੀ ਤ੍ਰਿਭੁਜ ਹੋਵੇ, ਸਮ ਦੋ ਭੁਜੀ ਹੋਵੇ, ਠੀਕ ਹੈ, ਜੋ ਵੀ ਮਰਜ਼ੀ ਹੋਵੇ, ਤੁਹਾਨੂੰ ਕੋਆਰਡੀਨੇਟ ਜਿਓਮੈਟਰੀ ਦੇ ਵਿੱਚ ਟਰਾਇੰਗਲ ਫਾਈਂਡ ਆਊਟ, ਟਰਾਇੰਗਲ ਏਰੀਆ ਆਫ ਟਰਾਇੰਗਲ ਫਾਈਂਡ ਆਊਟ ਕਰਨ ਵਾਸਤੇ ਆ ਗਿਆ, ਤਾਂ ਉਹਨੂੰ ਕਰਨ ਦਾ ਦੇਖੋ ਕੀ ਮੈਥਡ ਹੈ। ਜੋ ਵੀ ਪੁਆਇੰਟਸ ਦਿੱਤੇ ਹੋਏ ਆ ਤੁਸੀਂ ਇਹਨੂੰ ਲਿਖ ਲੈਣਾ ਇਸ ਤਰ੍ਹਾਂ, ਜਿੱਦਾਂ ਫਸਟ ਏ ਦੇ ਏ ਕੋਆਰਡੀਨੇਟਸ ਕਿੰਨੇ ਆ, -5,7, -5 ਤੇ 7 ਨੂੰ ਤੁਸੀਂ ਪਹਿਲਾਂ ਇਸ ਤਰ੍ਹਾਂ ਲਿਖ ਲੈਣਾ। ਬੀ ਵਾਲਾ ਪੁਆਇੰਟ ਕਿੰਨਾ ਤੁਹਾਡੇ ਕੋਲ -4, -5, ਇਹ ਹੈ ਬੀ ਵਾਲਾ ਪੁਆਇੰਟ ਹੈ 4,5, 4,5, ਇਹ ਤਿੰਨਾਂ ਦੇ ਕੋਆਰਡੀਨੇਟਸ ਲਿਖ ਲਏ। ਹੁਣ ਜਿੱਥੋਂ ਅਸੀਂ ਸਟਾਰਟ ਕੀਤਾ ਹੋਇਆ -5,7 ਲਿਆ ਸੀ ਨਾ, ਉੱਥੋਂ ਹੀ ਅਸੀਂ ਇਹਨੂੰ ਖਤਮ ਕਰਨਾ। ਇਹ ਬਣੇਗਾ ਤੁਹਾਡੇ ਕੋਲ -5,7। ਹੁਣ ਦੇਖੋ ਏਰੀਆ ਤੁਸੀਂ ਕਿੱਦਾਂ ਕਰਨਾ ਹੈ, ਇਸ ਸਾਈਡ ਤੋਂ ਸਟਾਰਟ ਹੋਣਾ, ਮਲਟੀਪਲਾਈ ਕਰਨਾ ਇਸ ਤਰ੍ਹਾਂ, ਠੀਕ ਹੈ, ਗॉट इट। ਮਲਟੀਪਲਾਈ ਕਰਨਾ, ਦੇਖੋ ਕੀ ਬਣਨਾ, -5 ਆ ਤੇ ਇਹ ਵੀ ਕੀ ਹੈ -5, ਤੁਹਾਡੇ ਕੋਲ ਇਹਦਾ ਆਂਸਰ ਕਿੰਨਾ ਬਣੇਗਾ, 5 ਨੂੰ -5 ਨਾਲ ਮਲਟੀਪਲਾਈ ਕੀਤਾ, ਤੁਹਾਡੇ ਕੋਲ ਕਿੰਨਾ ਬਣ ਗਿਆ +25। ਉਸ ਤੋਂ ਬਾਅਦ ਦੇਖੋ -4 × 5, ਇਹ ਕਿੰਨਾ ਆਂਸਰ ਬਣਾ ਤੁਹਾਡੇ ਕੋਲ -20, ਫਿਰ ਕਿੰਨਾ ਬਣ ਗਿਆ 4 ਤੇ 7, ਇਹ ਬਣਨਾ ਤੁਹਾਡੇ ਕੋਲ 28 +28। ਉਸ ਤੋਂ ਬਾਅਦ ਕੀ ਕਰਨਾ ਮਾਈਨਸ। ਹੁਣ ਦੇਖੋ ਹੁਣ ਇਹਨੂੰ ਇਸ ਤਰ੍ਹਾਂ ਮਲਟੀਪਲਾਈ ਕਰਨਾ, ਹੁਣ ਇਹਨੂੰ ਇਸ ਤਰ੍ਹਾਂ ਮਲਟੀਪਲਾਈ ਕੀਤਾ, -4 × 7 ਦੇਖੋ ਕਿੰਨਾ ਬਣ ਗਿਆ ਤੁਹਾਡੇ ਕੋਲ -28। ਉਸ ਤੋਂ ਬਾਅਦ ਕੀ ਬਣ ਗਿਆ 4 × -5 -20, ਜੋ ਵੀ ਸਾਈਨ ਹੈ ਉਹਨੂੰ ਨਾਲ ਲੈ ਕੇ ਚੱਲਣਾ ਤੁਸੀਂ, ਜੇ ਕੋਈ ਸਾਈਨ ਨਹੀਂ ਹੈ ਤੇ ਫਿਰ ਪਲੱਸ ਦਾ ਸਾਈਨ ਪਾਣਾ, ਜਿੱਦਾਂ ਇਹਦੇ ਵਿੱਚ ਇੱਕ -4 × 7 -28 ਆਣਾ ਸੀ ਤੇ -28 ਨਾਲ ਲਿਖਣਾ। ਹੁਣ -5 × 5 ਕਿੰਨਾ ਬਣ ਗਿਆ -25। ਇਹ ਚੀਜ਼ ਲਿਖ ਕੇ ਇਹਨੂੰ ਸਾਰੇ ਨੂੰ ਕੀ ਕਰ ਦੇਣਾ ਤੁਸੀਂ, ਡਿਵਾਈਡਡ ਬਾਈ 2। ਇਹਨੂੰ ਜੇ ਤੁਸੀਂ ਸੋਲਵ ਕਰੋਗੇ ਇਹਦਾ ਆਂਸਰ ਕਿੰਨਾ ਆ ਗਿਆ 33, ਮਾਈਨਸ ਇਹ ਵਾਲੀਆਂ ਟਰਮਸ ਨੂੰ ਤੁਸੀਂ ਜਦੋਂ ਤੁਸੀਂ ਇਹਨੂੰ ਸੋਲਵ ਕਰੋਗੇ ਤਾਂ ਇਹਦਾ ਆਂਸਰ ਬਣਦਾ ਹੈ -73। ਇਹਨੂੰ ਕਰ ਦਿਓ ਤੁਸੀਂ ਡਿਵਾਈਡਡ ਬਾਈ 2, ਜਦੋਂ ਤੁਸੀਂ 2 ਨਾਲ ਡਿਵਾਈਡ ਕੀਤਾ ਤੁਹਾਡੇ ਕੋਲ ਕਿੰਨਾ ਆਂਸਰ ਬਣ ਗਿਆ 33 + 73 ਡਿਵਾਈਡਡ ਬਾਈ 2, ਇਹ ਆ ਗਿਆ ਤੁਹਾਡੇ ਕੋਲ 106/2, ਜਿਹਦਾ ਆਂਸਰ ਕੀ ਹੁੰਦਾ ਹੈ 53 ਸਕੁਅਰ ਯੂਨਿਟਸ। ਸੋ ਇਹਨੂੰ ਤੁਸੀਂ ਚਾਹੇ ਹੁਣ ਇਸ ਤਰ੍ਹਾਂ ਵੀ ਕਰਕੇ ਦੇਖ ਲਓ, ਤੁਹਾਡਾ ਆਂਸਰ ਜਿਹੜਾ ਉਹ 53 ਸਕੁਅਰ ਯੂਨਿਟਸ ਹੀ ਆਏਗਾ। ਸੋ ਇਹ ਇਹਦਾ ਸ਼ਾਰਟਕਟ ਟ੍ਰਿਕ ਹੈ, ਨਾ ਕਿ ਸਿਰਫ ਏਰੀਆ ਆਫ ਟ੍ਰਾਇੰਗਲ ਫਾਈਂਡ ਆਊਟ ਕਰਨ ਦਾ, ਸਿਰਫ ਤ੍ਰਿਭੁਜ ਦਾ ਖੇਤਰਫਲ ਹੀ ਨਹੀਂ, ਅਸੀਂ ਕਿਸੇ ਵੀ ਚਤੁਰਭੁਜ ਦਾ ਖੇਤਰਫਲ ਪਤਾ ਕਰਨਾ ਹੋਵੇ ਤਾਂ ਸੇਮ ਮੈਥਡ ਹੀ ਅਸੀਂ ਅਪਲਾਈ ਕਰਨਾ। ਬਸ ਇਹਦੇ ਵਿੱਚ ਧਿਆਨ ਇੱਕ ਗੱਲ ਦਾ ਰੱਖਣਾ, ਜਿੱਥੋਂ ਤੁਸੀਂ ਸਟਾਰਟ ਕਰ ਰਹੇ ਆ ਐਂਡ ਵੀ ਉੱਥੋਂ ਹੀ ਕਰਨਾ, ਉਸ ਦਾ ਮਲਟੀਪਲੀਕੇਸ਼ਨ ਇੱਥੋਂ ਸਟਾਰਟ ਕਰਨੀ ਹੈ, ਫਿਰ ਇਸ ਸਾਈਡ ਤੇ ਜਾਣਾ ਡਿਵਾਈਡਡ ਬਾਈ 2, ਸੋ ਤੁਹਾਡੇ ਕੋਲ ਆਂਸਰ ਆਵੇਗਾ 53 ਸਕੁਅਰ ਯੂਨਿਟਸ। ਹਾਂਜੀ ਹੁਣ ਦੇਖੋ ਨੈਕਸਟ ਕੁਐਸਚਨ ਕੀ ਹੈ, ਫਾਈਂਡ ਦ ਏਰੀਆ ਆਫ ਦ ਕੁਆਡਰੀਲੇਟਰਲ ਹੂਜ਼ ਵਰਟਿਸਿਸ ਟੇਕਨ ਇਨ ਆਰਡਰ। ਹੁਣ ਇਹਦੇ ਵਿੱਚ ਕੀ ਹੈ, ਤੁਸੀਂ ਇਹਦਾ ਏਰੀਆ ਫਾਈਂਡ ਆਊਟ ਕਰਨਾ। ਹੁਣ ਇਹਦਾ ਜਦੋਂ ਤੁਸੀਂ ਏਰੀਆ ਨਾਰਮਲੀ ਫਾਈਂਡ ਆਊਟ ਕਰਦੇ ਸੀ, ਨਾਰਮਲੀ ਫਾਈਂਡ ਆਊਟ ਕਰਨ ਵਾਸਤੇ ਕੀ ਕਰਦੇ ਸੀ ਤੁਸੀਂ, ਇਹਨਾਂ ਦੇ ਜਿਹੜੇ ਡਾਇਗਨਲ ਸੀ ਉਹਨਾਂ ਨੂੰ ਕੀ ਕਰਦੇ ਸੀ ਆਪਸ ਦੇ ਵਿੱਚ, ਦੇਖੋ ਸੋਲਵ ਕਰਨ ਦਾ ਕੀ ਮੈਥਡ ਸੀ, ਇਹਦੇ ਵਿੱਚ ਤੁਸੀਂ ਇਹਨੂੰ ਇਹ ਚਤੁਰਭੁਜ ਨੂੰ ਦੋ ਪਾਰਟਸ ਦੇ ਵਿੱਚ ਡਿਵਾਈਡ ਕਰ ਦਿੰਦੇ ਸੀ ਡਾਇਗਨਲਸ ਦੇ ਥਰੂ। ਇੱਕ ਟ੍ਰਾਇੰਗਲ ਤੁਹਾਡੇ ਕੋਲ ਆਹ ਵਾਲੀ ਬਣ ਜਾਣੀ ਸੀ, ਦੂਸਰੀ ਟ੍ਰਾਇੰਗਲ ਆਹ ਬਣਨੀ ਹੈ, ਠੀਕ ਹੈ। ਫਸਟ ਵਾਲੀ ਟ੍ਰਾਇੰਗਲ ਦਾ ਏਰੀਆ ਕਰਨਾ ਸੀ, ਸੈਕਿੰਡ ਵਾਲੀ ਟ੍ਰਾਇੰਗਲ ਦਾ ਏਰੀਆ ਕਰਨਾ ਸੀ, ਫਿਰ ਦੋਨਾਂ ਦੇ ਟ੍ਰਾਇੰਗਲ ਨੂੰ ਤੁਸੀਂ ਏਰੀਆ ਨੂੰ ਤੇ ਦੋਨਾਂ ਦੇ ਏਰੀਆ ਨੂੰ ਕੀ ਕਰਨਾ ਸੀ, ਐਡ ਕਰਨਾ ਸੀ। ਉਸ ਤੋਂ ਬਾਅਦ ਤੁਹਾਡੇ ਕੋਲ ਕੀ ਬਣਨਾ ਸੀ ਏਰੀਆ ਇਸ ਵਾਲੀ ਚਤੁਰਭੁਜ ਦਾ। ਹੁਣ ਇਸ ਤਰ੍ਹਾਂ ਅਸੀਂ ਨਹੀਂ ਕਰਨਾ, ਅਸੀਂ ਕਿਸ ਤਰ੍ਹਾਂ ਕਰਨਾ, ਜਿੱਦਾਂ ਕਿ ਅਸੀਂ ਪਹਿਲਾਂ ਕਰ ਚੁੱਕੇ ਹਾਂ, -5,7 -5,7 ਇੱਥੇ ਲਿਖਣਾ। ਉਸ ਤੋਂ ਬਾਅਦ ਕੀ ਹੈ -4, -5, ਥਰਡ ਪੁਆਇੰਟ ਕਿੰਨਾ ਹੈ -1, -6, फोर्थ है 4, 5, ठीक है। ਹੁਣ ਉਸ ਤੋਂ ਬਾਅਦ ਦੇਖੋ ਜਿੱਥੋਂ ਸਟਾਰਟ ਕੀਤਾ ਸੀ ਉੱਥੇ ਹੀ ਅਸੀਂ ਇਹਨੂੰ ਖਤਮ ਕਰਨਾ ਹੈ -5, 7। ਸਟਾਰਟਿੰਗ ਕਿੱਥੋਂ ਹੋਣੀ ਇਹਦੀ, ਇਸ ਤਰ੍ਹਾਂ ਨੂੰ ਮਲਟੀਪਲਾਈ ਕਰਨਾ ਸਟਾਰਟ ਕਰੋ। ਹੁਣ ਤੋਂ ਕੀ ਆਏਗਾ, ਏਰੀਆ ਕੀ ਬਣੇਗਾ, ਇਹਦਾ ਏਰੀਆ ਕੀ ਆਏਗਾ, ਏਰੀਆ ਇਜ਼ ਇਕੁਅਲ ਟੂ
हाँ जी फस्ट की बन गया 25। हाँ जी एरिया देखो की बन गया, फस्ट बन गया है 25। उस तो बाद देखो प्लस ये कितना बनता पे 24, फिर है -5, फिर आ रहा है +28। फस्ट वाली टर्म आ वाली बनी ਤੁਹਾਡੇ ਕੋਲ, फस्ट ਤੁਹਾਡੇ ਕੋਲ ਇਹ ਬਣਿਆ। ਉਸ ਤੋਂ ਬਾਅਦ ਦੇਖੋ ਤੁਸੀਂ ਕੀ ਕਰਨਾ, ਮਾਈਨਸ ਕੀ ਕਰਨਾ ਇਹਦੇ ਵਿੱਚ, ਹੁਣ ਇਹਨੂੰ ਇਸ ਤਰ੍ਹਾਂ ਮਲਟੀਪਲਾਈ ਕਰਨਾ। ਹੁਣ ਐਰੋ ਕੀ ਹੈ ਉੱਪਰ ਵਾਲੀ ਸਾਈਡ ਤੇ ਜਾਏਗਾ। ਹੁਣ -4 × 7 ਦੇਖੋ ਕਿੰਨਾ ਬਣ ਗਿਆ ਤੁਹਾਡੇ ਕੋਲ, ਇਹ ਬਣ ਗਿਆ ਤੁਹਾਡੇ ਕੋਲ -28। ਉਸ ਤੋਂ ਬਾਅਦ ਕੀ ਬਣ ਗਿਆ प्लस ਦਾ 5 माइनस ਦਾ 24 ਐਂਡ माइनस ਦਾ 25। ਤੇ ਇਹਨੂੰ ਸਾਰੇ ਨੂੰ ਤੁਸੀਂ ਕੀ ਕਰ ਦੇਣਾ ਡਿਵਾਈਡਡ ਬਾਈ 2 ਨਾਲ ਡਿਵਾਈਡ ਕਰ ਦੇਣਾ। ਹੁਣ ਏਰੀਆ ਹੈ ਜੋ ਇਹ ਕਿਹਦੇ ਇਕੁਅਲ ਆ ਜਾਏਗਾ, ਇਹਨਾਂ ਸਾਰੇ ਜੇ ਤੁਸੀਂ ਐਡ ਕਰੋਗੇ ਉਹਦੇ ਚੋਂ -5 ਕਰੋਗੇ ਤਾਂ ਇਹ ਬਣ ਜਾਏਗਾ 72 प्लस ਦਾ। ਉਸ ਤੋਂ ਬਾਅਦ ਕੀ ਹੈ ਮਾਈਨਸ, ਇਹਨੂੰ ਸੋਲਵ ਕਰਨ ਤੋਂ ਬਾਅਦ ਵੀ ਕੀ ਬਣ ਗਿਆ ਤੁਹਾਡੇ ਕੋਲ ਮਾਈਨਸ ਦਾ 72 डिवाइडेड बाय 2। ये चीज़ बन गई ਤੁਹਾਡੇ ਕੋਲ 72 + 72, ये बन गया 144। 144/2, 144/2 ਇਹਨੂੰ ਜੇ ਤੁਸੀਂ ਡਿਵਾਈਡ ਕੀਤਾ ਇਹ ਬਣ ਗਿਆ 72 ਸਕੁਅਰ ਯੂਨਿਟਸ। तो ਇਹ ਤੁਹਾਡਾ ਇਹਦਾ ਆਨਸਰ ਕਿੰਨਾ ਆਏਗਾ 72 ਸਕੁਅਰ ਯੂਨਿਟ। ਇਹਦਾ ਤੁਸੀਂ ਇਸ ਤਰੀਕੇ ਨਾਲ ਵੀ ਫਾਈਂਡ ਆਊਟ ਕਰਕੇ ਦੇਖ ਲਿਓ, ਆਨਸਰ ਕੀ ਆਏਗਾ ਸੇਮ ਹੀ ਆਏਗਾ। ਸੋ ਇਹ ਕੀ ਹੈ ਇੱਕ ਟ੍ਰਿਕ ਹੈ ਏਰੀਆ ਫਾਈਂਡ ਆਊਟ ਕਰਨ ਦਾ ਕੋਆਰਡੀਨੇਟ ਜਿਓਮੈਟਰੀ ਦੇ ਵਿੱਚ। ਠੀਕ ਹੈ ਬੇਟਾ, ਕੋਆਰਡੀਨੇਟ ਜਿਓਮੈਟਰੀ ਦੀ ਗੱਲ ਕਰਦੇ ਪਏ, ਇਸ ਕਰਕੇ ਇਹਨਾਂ ਦੇ ਜਿਹੜੇ ਵਰਟੈਕਸ ਅਸੀਂ ਲੈ ਰਹੇ ਹਾਂ ਉਹ ਸਾਰੇ ਕਿਸ ਫਾਰਮ ਦੇ ਵਿੱਚ ਹੋਣਗੇ। ਦੇਖੋ ਐਕਸ ਕੋਆਰਡੀਨੇਟ ਹੋਏਗਾ ਤੇ ਕੀ ਹੋਏਗਾ ਨਾ ਵਾਈ ਕੋਆਰਡੀਨੇਟ ਹੋਏਗਾ। ਹਾਂਜੀ ਨੈਕਸਟ ਕੁਐਸਚਨ ਦੇ ਦੇਖੋ ਕੀ ਹੈ, ਫਾਈਂਡ ਦਾ ਏਰੀਆ ਆਫ ਰੋਮਬਸ ਇਫ ਇਟਸ ਵਰਟਿਸਿਸ ਆਰ। ਹੁਣ ਇਹਦੀਆਂ ਵਰਟਿਸਿਸ ਦਿੱਤੀਆਂ ਹੋਈਆਂ, ਹੁਣ ਇਹਦਾ ਵੀ ਕੀ ਫਾਈਂਡ ਆਊਟ ਕਰਨ ਵਾਸਤੇ ਕਿਹਾ ਹੋਇਆ ਏਰੀਆ। ਇਹਦੀ ਵੀ ਕੀ ਗੱਲ ਕੀਤੀ ਹੋਈ ਆ ਏਰੀਆ ਫਾਈਂਡ ਆਊਟ ਕਰਨ ਨੂੰ ਕਿਹਾ ਹੋਇਆ। ਦੇਖੋ ਜੇ ਅਸੀਂ ਇਸ ਕੁਐਸਚਨ ਨੂੰ ਕਰਨਾ ਹੋਏ ਸਿੰਪਲ ਮੈਥਡ ਦੇ ਨਾਲ, ਜਿੱਦਾਂ ਕਰਦੇ ਹੀ ਆਏ ਟ੍ਰੈਡੀਸ਼ਨਲ ਮੈਥਡ ਦੇ ਨਾਲ ਜਿੱਦਾਂ ਕਰਦੇ ਹੀ ਆਏ ਆ, ਜੇ ਇਸ ਕੁਐਸਚਨ ਨੂੰ ਉੱਦਾਂ ਕਰਨਾ ਹੋਵੇ ਤਾਂ ਸਾਨੂੰ ਪਤਾ ਹੈ ਕਿ ਏਰੀਆ ਆਫ ਰੋਮਬਸ, ਏਰੀਆ ਜੋ ਹੈ ਰੋਮਬਸ ਦਾ ਉਹ ਕਿਹਦੇ ਇਕੁਅਲ ਹੁੰਦਾ ਹੈ 1/2 ਇੰਟੂ प्रोडक्ट ऑफ इट्स डायगोनल, प्रोडक्ट ऑफ इट्स डायगोनल्स। हाँ जी ये डायगोनल्स की बनते पे आ BD, आ वाला डायगोनल ਇਹਦਾ ਕੀ ਹੈ BD ਤੇ दूसरा डायगोनल की ਇਹਦਾ AC। ਇਹਨਾਂ ਦੋਨਾਂ ਦਾ ਕੀ ਹੁੰਦਾ प्रोडक्ट मतलब ये कितना बनना सी ਤੁਹਾਡੇ ਕੋਲ 1/2 AC इंटू BD। ਹੁਣ ਤੁਸੀਂ AC ਤੇ BD ਕਿੱਦਾਂ ਕਰਨਾ ਸੀ, AC ਵੀ ਕਰਨਾ ਸੀਗਾ ਡਿਸਟੈਂਸ ਫਾਰਮੂਲੇ ਥਰੂ, BD ਵੀ ਤੁਸੀਂ ਕਰਨਾ ਸੀ ਡਿਸਟੈਂਸ ਫਾਰਮੂਲੇ ਥਰੂ। डिस्टेंस फॉर्मूला जो ਤੁਹਾਨੂੰ मैं पहला करवाया ਉਹਦੇ थ्रू ਤੁਸੀਂ ਕਰਨਾ ਸੀ, ਫਿਰ ਇਹਨੂੰ ਮਲਟੀਪਲਾਈ ਕਰਨਾ ਸੀ, ਮਲਟੀਪਲਾਈ ਕਰਨ ਤੋਂ ਬਾਅਦ 2 ਨਾਲ ਡਿਵਾਈਡ ਕਰਨਾ ਸੀ, ਫਿਰ ਤੁਹਾਡੇ ਕੋਲ ਆਣਾ ਸੀ ਏਰੀਆ। ਠੀਕ ਹੈ, ਇਹ ਤੁਹਾਡੇ ਕੋਲ ਇੱਕ ਮੈਥਡ ਆ, ਬਟ ਅਸੀਂ ਇਸ ਤਰ੍ਹਾਂ ਨਹੀਂ ਕਰਨਾ ਜਿੱਦਾਂ ਮੈਂ ਤੁਹਾਨੂੰ ਦੱਸਿਆ ਹੋਇਆ ਸੀ, ਸੇਮ ਉਸੇ ਤਰੀਕੇ ਨਾਲ ਕਰਨਾ। ਉਸ ਤਰੀਕੇ ਨਾਲ ਕਿੱਦਾਂ ਸੀ ਦੇਖੋ, ਇਹਦੇ ਕੋਆਰਡੀਨੇਟਸ ਕਿੰਨਾ 3,0, ਇਹਦਾ ਹੈ 4,5, ਇਹਦਾ ਹੈ -1,4, ਇਹਦਾ ਹੈ -2, -1। ਹੁਣ ਇਹ ਤੁਹਾਡਾ ਹੋਮਵਰਕ ਹੈ कि तुसी मैनू इहदा एरिया फाइंड आउट करके कमेंट करना है कि इहदा आंसर की आया। उस तो बाद देखो इत्थे की है जिथों स्टार्ट होया सी उत्थे ही खत्म होना, आ वाली चीज़ बननी है। हुण ये तुसी आप सॉल्व करना इस क्वेश्चन में, तो उस तो बाद तुसी दसना कि इहदा आंसर की आया। हाँ जी नैक्सट देखो की है, नैक्सट क्वेश्चन दे विच की है फाइंड द वैल्यू ऑफ k फॉर विच द पॉइंट्स दिस एंड दिस आर कोलीनियर। ਹੁਣ ਕੋਲੀਨੀਅਰ ਪੁਆਇੰਟਸ ਕੀ ਹੁੰਦਾ, ਕੋਲੀਨੀਅਰ ਦੀ ਜੇ ਅਸੀਂ ਗੱਲ ਕਰੀਏ, ਕੋਲੀਨੀਅਰ ਨੂੰ ਅਸੀਂ ਪੰਜਾਬੀ ਦੇ ਵਿੱਚ ਕਹਿੰਦੇ ਆ ਸਮਰੇਖੀ ਬਿੰਦੂ। ਹੁੰਦਾ ਕਿ ਜਿਹੜੇ ਤਿੰਨੋਂ ਪੁਆਇੰਟਸ ਆ ਉਹ ਕੀ ਹੋਣ ਇੱਕ ਹੀ ਲਾਈਨ ਤੇ ਹੋਣ। ਜੋ ਅਸੀਂ ਤਿੰਨੋਂ ਬਿੰਦੂਆਂ ਦੀ ਗੱਲ ਕਰਦੇ ਪਏ ਆ A B ਤੇ C, ਉਹ ਕੀ ਹੋਣ ਸੇਮ ਰੇਖਾ ਦੇ ਉੱਪਰ ਹੋਣ, ਸੇਮ ਲਾਈਨ ਦੇ ਉੱਪਰ ਹੋਵੇ, ਉਹਨਾਂ ਪੁਆਇੰਟਸ ਨੂੰ ਅਸੀਂ ਕੀ ਬੋਲਦੇ ਆ ਕੋਲੀਨੀਅਰ ਪੁਆਇੰਟਸ। ਹੁਣ ਕੋਲੀਨੀਅਰ ਪੁਆਇੰਟਸ ਦੀ ਕੰਡੀਸ਼ਨ ਕੀ ਹੁੰਦੀ ਆ, ਹੁਣ ਜੇ ਅਸੀਂ ਏਰੀਆ ਦੀ ਗੱਲ ਕਰੀਏ, ਜੇ ਆਪਾਂ ਟਰਾਇੰਗਲ ਦੀ ਗੱਲ ਕਰੀਏ, ਜੇ ਹੁਣ ਆ ਸਾਡੇ ਕੋਲ ਟਰਾਇੰਗਲ ਹੈ, ਜੇ ਅਸੀਂ ਕਹਿੰਦੇ ਪਏ ਕਿ ਪੁਆਇੰਟਸ ਕੋਲੀਨੀਅਰ ਹੈ ਤੇ ਇਹਦਾ ਮਤਲਬ ਕੀ ਹੋਗਾ, ਜਿਹੜਾ ਆ ਥਰਡ ਪੁਆਇੰਟ ਆ ਉਹ ਵੀ ਇਸੇ ਲਾਈਨ ਦੇ ਉੱਪਰ ਆ ਜਾਏਗਾ। ਇਹਦਾ ਮਤਲਬ ਕੀ ਹੋਗਾ ਏਰੀਆ ਜਿਹੜਾ ਹੈ ਉਸ ਟਰਾਇੰਗਲ ਦਾ ਏਰੀਆ ਕੀ ਹੋਏਗਾ ਉਹ ਹੋਏਗਾ 0। ਸੋ ਜਦੋਂ ਵੀ ਕੁਐਸਚਨ ਆਉਂਦਾ ਤੁਹਾਡੇ ਕੋਲ ਜਿਹਦੇ ਵਿੱਚ ਕੀ ਹੋਵੇ
गिवन होवे कि पॉइंट्स जो कोलिनियर है ਇਹਦਾ मतलब ਕੀ ਹੋਇਆ ਤੁਸੀਂ ਏਰੀਆ ਆਫ ਟ੍ਰਾਇੰਗਲ ਨੂੰ ਕਿਹਦੇ ਇਕੁਅਲ ਕਰਨਾ, 0 ਦੇ ਇਕੁਅਲ ਕਰਨਾ। ਹੁਣ ਏਰੀਆ ਆਫ ਟ੍ਰਾਇੰਗਲ ਫਾਈਂਡ ਆਊਟ ਕਰਨ ਦਾ ਤੁਹਾਨੂੰ ਮੈਂ ਮੈਥਡ ਦੱਸਿਆ ਹੋਇਆ। ਉਸ ਤੋਂ ਬਾਅਦ ਦੇਖੋ ਮਲਟੀਪਲਾਈ ਕਿੱਦਾਂ ਹੋਣਾ ਸੀ, ਇਸ ਮੈਥਡ ਦੇ ਨਾਲ ਮਲਟੀਪਲਾਈ। ਜਦੋਂ ਅਸੀਂ ਇਸ ਤਰ੍ਹਾਂ ਮਲਟੀਪਲਾਈ ਕਰਨਾ ਸਾਡੇ ਕੋਲ ਕੀ ਆਂਸਰ ਬਣਿਆ। ਹੁਣ ਕਿਉਂਕਿ ਪੁਆਇੰਟ ਜਿਹੜੇ ਕੋਲੀਨੀਅਰ ਹੈ ਇਹਦਾ ਮਤਲਬ ਕੀ ਹੈਗਾ, ਏਰੀਆ ਨੂੰ ਕਿਹਦੇ ਇਕੁਅਲ ਕਰ ਦੇਣਾ ਸੀ, 0 ਦੇ। ਠੀਕ ਹੈ, ਕੋਲੀਨੀਅਰ ਦੀ ਕੰਡੀਸ਼ਨ ਆ ਗਈ ਜਦੋਂ ਅਸੀਂ ਪੁਆਇੰਟਸ ਨੂੰ ਕੋਲੀਨੀਅਰ कहता मतलब ਏਰੀਆ ਜਿਹੜਾ ਹੋਗਾ ਉਹ ਟ੍ਰਾਇੰਗਲ ਦਾ ਕੀ ਹੋਗਾ, 0 ਦੇ ਇਕੁਅਲ ਬਣ ਜਾਏਗਾ। ਹੁਣ ਜਦੋਂ ਇਹਨੂੰ ਸੋਲਵ ਕੀਤਾ ਤੁਸੀਂ ਪੁਆਇੰਟਸ ਜਿਹੜੇ ਕੋਲੀਨੀਅਰ ਦਿੱਤੇ ਹੋਏ ਤੇ ਏਰੀਆ ਕਿਹਦੇ ਇਕੁਅਲ ਬਣੇਗਾ, 0 ਦੇ ਇਕੁਅਲ ਬਣੇਗਾ। ਦੇਖੋ ਆ 5 ਤੇ 7 ਹੈ ਕਿੰਨਾ ਬਣ ਗਿਆ, -2k -3 इज इक्वल टू 0। -2k ने किहदे इक्वल बन जाना, 3 ਦੇ ਇਕੁਅਲ ਬਣਨਾ ਤੇ k ਦੀ ਵੈਲਿਊ ਤੁਹਾਡੇ ਕੋਲ ਕੀ ਆ ਗਈ, -3/2। ਸੋ k ਆ ਗਿਆ -3/2। ਵੈਰੀ ਸਿੰਪਲ। ਹਾਂਜੀ ਨੈਕਸਟ ਟਾਈਪ ਦੇ ਵਿੱਚ ਦੇਖੋ ਕੀ ਹੈ, ਨੈਕਸਟ ਤੁਹਾਨੂੰ ਕੀ ਦਿੱਤਾ ਹੋਇਆ, ਦ ਟੂ ਵਰਟਿਸਿਸ ਆਫ ਅ ਟ੍ਰਾਇੰਗਲ ਆਰ 6,3 and -1,7 and its centroid is 1,5, then third vertex is। ਹਾਂਜੀ ਇਹਦੇ ਵਿੱਚ ਦੇਖੋ ਕੀ ਹੈ, ਹੁਣ ਵਰਟਿਸਿਸ ਤੁਹਾਨੂੰ ਟ੍ਰਾਇੰਗਲ ਦੀ ਵਰਟਿਸਿਸ ਦਿੱਤੀਆਂ ਤੇ ਸੈਂਟਰੋਇਡ ਦੀ ਗੱਲ ਕੀਤੀ ਹੋਈ ਹੈ। ਹੁਣ ਸੈਂਟਰੋਇਡ ਕੀ ਹੁੰਦਾ ਕਿਸੇ ਵੀ ਟ੍ਰਾਇੰਗਲ ਦਾ, ਹੁਣ ਦੇਖੋ ਸੈਂਟਰੋਇਡ ਕੀ ਹੁੰਦਾ, ਸੈਂਟਰੋਇਡ ਕਿਸੇ ਵੀ ਟ੍ਰਾਇੰਗਲ ਦਾ ਉਹ ਹੁੰਦਾ ਹੈ ਜਿੱਥੇ ਕਿ ਟ੍ਰਾਇੰਗਲ ਦੇ ਮੀਡੀਅਨਸ ਜਿਹੜੇ ਆ ਆਪਸ ਮੀਡੀਅਨਸ ਜਿੱਥੇ ਇੰਟਰਸੈਕਟ ਕਰਦੇ ਆ ਉਹ ਕੀ ਹੁੰਦਾ ਵਾ, ਸੈਂਟਰੋਇਡ ਆਫ ਅ ਟ੍ਰਾਇੰਗਲ। ਹੁਣ ਦੇਖੋ ਇਸ ਕੁਐਸਚਨ ਨੂੰ ਕਿੱਦਾਂ ਫਾਈਂਡ ਆਊਟ ਕਰਨਾ। ਹੁਣ ਤੁਹਾਨੂੰ ਦੋ ਕੋਆਰਡੀਨੇਟਸ ਦਿੱਤੇ ਹੋਏ, ਪੁਆਇੰਟ ਦਿੱਤੇ ਹੋਏ ਤੁਹਾਨੂੰ ट्रायंगल दे, ए पॉइंट दिता होया 6,3, बी पॉइंट है, सैकेंड पॉइंट गिवन है तुहाडे कोल -1,7। जे सेंट्रोइड नूं जी दे नाल डिनोट करिए तो सेंट्रोइड कितना गिवन है तुहाडे कोल 1,5। हाँ जी देखो जे तुहाडे कोल एक्स ए बी सी तीन पॉइंट्स दिते होण ते ए बी सी की हुण वर्टिसिस होण किसी ट्रायंगल ए बी सी दे ते सेंट्रोइड की हुंदा, सेंट्रोइड दा फार्मूला की हुंदा, इन्हां दे सारिਆਂ ਦੇ x ਜਿਹੜੇ ਕੋਆਰਡੀਨੇਟਸ ਹੈ ਪਹਿਲਾਂ ਉਹਨਾਂ ਨੂੰ ਐਡ ਕਰ ਦਿੰਦੇ ਹੁੰਦੇ ਸੀ, x1 + y1 x1 plus x2 plus x3 divided by 3 ਤੇ ਇਹਦਾ y ਕੋਆਰਡੀਨੇਟ ਕੀ ਬਣਦਾ ਤੁਹਾਡੇ ਕੋਲ, y1 plus y2 plus y3 divided by 3। ਠੀਕ ਹੈ, ਸੈਂਟਰੋਇਡ ਦੇ ਕੋਆਰਡੀਨੇਟਸ ਫਾਈਂਡ ਆਊਟ ਕਰਨ ਦਾ ਇਹ ਮੈਥਡ ਹੈ, ਇਹ ਦਾ ਫਾਰਮੂਲਾ ਹੈ। ਹੁਣ ਦੇਖੋ ਇਹਨੂੰ ਅਸੀਂ ਆਪਸ਼ਨ ਦੇ ਥਰੂ ਸੋਲਵ ਕਰਦੇ ਹਾਂ। ਹੁਣ ਕੀ ਹੈ ਇਹਦਾ ਮਤਲਬ ਕੀ ਹੋਇਆ ਕਿ ਜੇ ਅਸੀਂ ਤਿੰਨ ਪੁਆਇੰਟਸ ਨੂੰ ਐਡ ਕਰਾਂਗੇ, ਇਹਨੂੰ 3 ਨਾਲ ਡਿਵਾਈਡ ਕਰਾਂਗੇ ਤਾਂ ਉਹ ਕੀ ਬਣਨਾ ਚਾਹੀਦਾ ਵਾ, ਉਹ ਸੈਂਟਰੋਇਡ ਦਾ ਜਿਹੜਾ ਵਾ ਉਹ x ਕੋਆਰਡੀਨੇਟ ਬਣਨਾ ਚਾਹੀਦਾ। ਹੁਣ ਦੇਖੋ ਆ ਕਿੰਨਾ ਹੈ 6, ਆ ਕਿੰਨਾ -1, 6 - 1 ਕਿੰਨਾ ਹੋ ਗਿਆ 5। 5 ਦੇ ਵਿੱਚ ਅਸੀਂ ਜੇ +2 ਕੀਤੇ ਐਡ 5 ਬਣਿਆ ਸੀਗਾ, 5 ਦੇ ਵਿੱਚ ਜੇ ਆਪਾਂ 2 ਐਡ ਕਰਦੇ ਕਿੰਨਾ ਬਣ ਗਿਆ 7, ਫਿਰ 7/3 ਬਣਨਾ ਚਾਹੀਦਾ ਤੁਹਾਡੇ ਕੋਲ ਆਹ ਵਾਲੀ ਚੀਜ਼। ਇਹ ਜਦ ਕਿ ਇਸ ਆਪਸ਼ਨ ਦੇ ਥਰੂ ਤੁਹਾਡੇ ਕੋਲ 1 ਨਹੀਂ ਬਣ ਰਿਹਾ ਤਾਂ ਮਤਲਬ ਇਹ ਵਾਲੀ ਆਪਸ਼ਨ ਜਿਹੜੀ ਹੈ ਉਹ ਗਲਤ ਹੈ। ਸੈਕਿੰਡ ਆਪਸ਼ਨ ਤੁਸੀਂ ਦੇਖੋ ਕੀ ਹੈ, ਹੁਣ 6 - 1 ਕਿੰਨਾ ਬਣ ਗਿਆ 5, 5 ਬਣ ਗਿਆ। ਹੁਣ 5 ਦੇ ਵਿੱਚੋਂ x ਕੋਆਰਡੀਨੇਟ ਮਾਈਨਸ ਕਰ ਦਿਓ, 5 - 2 ਕਿੰਨਾ ਹੋਗਾ ਤੁਹਾਡੇ ਕੋਲ 3, 3 ਨੂੰ 3 ਨਾਲ ਡਿਵਾਈਡ ਕਰਨਾ, 3 ਨੂੰ 3 ਨਾਲ ਡਿਵਾਈਡ ਕੀਤਾ ਆਂਸਰ ਕਿੰਨਾ ਆ ਗਿਆ 1। ਸੋ ਠੀਕ ਹੈ, ਬਿਲਕੁਲ ਆਹ ਵਾਲੀ ਚੀਜ਼ ਤੁਹਾਡੇ ਕੋਲ ਕਿੰਨੀ ਬਣਦੀ ਪਈ ਹੈ 1। ਠੀਕ ਹੈ, ਹਾਂਜੀ ਬੇਟਾ ਸਮਝ ਲੱਗੀ ਕਿੱਦਾਂ ਕਰ ਰਹੇ ਹਾਂ, ਹਾਂਜੀ ਸਮਝ ਆਇਆ ਕਿੱਦਾਂ ਕਰ ਰਹੇ ਹਾਂ। ਇਹ ਅਸੀਂ ਫਾਰਮੂਲਾ ਦੇਖੋ ਕੀ ਸੀ, x1 + x2 + x3/3 ਸੀ। ਇਹਦਾ ਮਤਲਬ ਕੀ ਹੋ ਗਿਆ, ਥਰਡ ਸਾਡੇ ਕੋਲ ਵਰਟੈਕਸ ਫਾਈਂਡ ਆਊਟ ਕਰਨ ਨੂੰ ਕਿਹਾ ਹੋਇਆ, ਜਿਹੜਾ ਵੀ ਥਰਡ ਵਰਟੈਕਸ ਹੋਏਗਾ ਉਹ ਕੀ ਕਰੇਗਾ, ਜੇ ਇਹਨਾਂ ਦੇ x ਕੋਆਰਡੀਨੇਟਸ ਨੂੰ ਸਾਰਿਆਂ ਦੇ x ਕੋਆਰਡੀਨੇਟਸ ਨੂੰ ਐਡ ਕਰਕੇ ਨੂੰ 3 ਨਾਲ ਡਿਵਾਈਡ ਕਰ ਦਈਏ ਤਾਂ ਉਹ ਸੇਮ ਆਂਸਰ ਦੇਗਾ ਤੁਹਾਡੇ ਕੋਲ x ਕੋਆਰਡੀਨੇਟ, ਸੈਂਟਰੋਇਡ ਦੇ x ਕੋਆਰਡੀਨੇਟ ਦਾ ਸੇਮ ਆਂਸਰ ਦੇਗਾ। ਸੋ ਉਹੀ ਚੀਜ਼ ਅਸੀਂ ਕਰ ਰਹੇ ਹਾਂ, ਆਪਸ਼ਨ ਦੇ ਥਰੂ ਇਹਨੂੰ ਸੋਲਵ ਕਰ ਰਹੇ ਹਾਂ। ਠੀਕ ਹੈ, ਇਹ ਬਣ ਗਿਆ ਤੁਹਾਡੇ ਕੋਲ 1। ਹੁਣ y ਕੋਆਰਡੀਨੇਟ ਦੇ ਵਾਸਤੇ ਕੀ ਕਰਨਾ, 3 + 7, 7 + 3 ਕਿੰਨੀ ਬਣ ਗਿਆ 10, 10 ਦੇ ਵਿੱਚ ਅਸੀਂ 5 ਐਡ ਕੀਤੇ, 10 + 5 ਸੈਕਿੰਡ ਦੇਖੋ ਕਿੰਨਾ ਬਣ ਗਿਆ, 10 + 5 ਕਿੰਨਾ ਹੁੰਦਾ ਤੁਹਾਡੇ ਕੋਲ 15, 15/3 ਕਰਨਾ, 15/3 ਦੇਖੋ ਕਿੰਨਾ ਆ ਗਿਆ, ਕੈਂਸਲ ਆਊਟ ਹੋ ਕੇ ਇਹ ਬਣ ਗਿਆ 5। देखो सेम बन गया तेरे सेंट्रोइड 1,5। तो ਇਹਦਾ ਮਤਲਬ ਕੀ ਹੋ ਗਿਆ, ਆਪਸ਼ਨ ਨੰਬਰ ਬੀ ਇਜ਼ ਦਾ ਰਾਈਟ ਆਂਸਰ। तो इस तरह ਤੁਸੀਂ ਆਪਸ਼ਨ ਦੇ ਥਰੂ ਸੈਂਟਰੋਇਡ ਨੂੰ ਫਾਈਂਡ ਆਊਟ ਕਰ ਸਕਦੇ ਹੋ। ਹਾਂਜੀ ਨੈਕਸਟ ਕੁਐਸਚਨ ਵੀ ਦੇਖੋ ਬਿਲਕੁਲ ਸੇਮ ਹੈ, ਦ ਟੂ ਵਰਟਿਸਿਸ ਆਫ ਅ ਟ੍ਰਾਇੰਗਲ ਆ, ਦੋ ਵਰਟਿਸਿਸ ਦਿੱਤੇ ਹੋਏ ਤੇ ਸੈਂਟਰੋਇਡ ਅਸੀਂ ਫਾਈਂਡ ਆਊਟ ਕਰਨਾ। ਹੁਣ ਤੁਸੀਂ ਦੇਖ ਲਓ ਆ ਕਿੰਨਾ 3 ਹੈ -2 ਹੈ। ਹੁਣ ਜੇ ਅਸੀਂ ਫਸਟ ਹਾਂਜੀ ਇਹਨੂੰ ਵੀ ਆਪਸ਼ਨ ਦੇ ਥਰੂ ਦੇਖੋ, ਆ ਕਿੰਨਾ 3 - 2, 3 - 2 ਕਿੰਨਾ ਬਣ ਗਿਆ 1, 1 - 4 ਕਿੰਨਾ ਹੋ ਗਿਆ ਤੁਹਾਡੇ ਕੋਲ -3। ਇਹ ਵਾਲੀ ਆਪਸ਼ਨ ਤੁਹਾਡੇ ਕੋਲ ਕੀ ਦੇ ਰਹੀ ਹੈ, -3/3 ਦੇ ਰਿਹਾ, ਜੋ ਕਿ ਗਲਤ ਹੈ। ਸਾਡੇ ਕੋਲ ਕੀ ਬਣਨਾ ਚਾਹੀਦਾ 5/3। ਫਸਟ ਆਪਸ਼ਨ ਕਿੰਨੀ ਸੀ -4, -4 ਦੇ ਨਾਲ ਆਂਸਰ ਜਿਹੜਾ 5/3 ਨਹੀਂ ਬਣ ਰਿਹਾ। ਜੇ -4 ਦੇ ਨਾਲ ਇੱਥੇ ਨਹੀਂ ਬਣ ਰਿਹਾ ਮਤਲਬ ਆਹ ਵਾਲੀ ਆਪਸ਼ਨ ਵੀ ਕੈਂਸਲ ਆਊਟ ਹੋ ਗਈ। ਥਰਡ ਆਪਸ਼ਨ ਦੇਖੋ ਕੀ ਹੈ ਤੁਹਾਡੇ ਕੋਲ 4 ਹੈ,
ਹੁਣ 3 - 2 ਕਿੰਨਾ ਸੀ ਤੁਹਾਡੇ ਕੋਲ 1 ਬਣਦਾ ਸੀ 1 + 4/3 1 + 4 ਕਿੰਨਾ ਹੁੰਦਾ 5 5/3 ਠੀਕ ਹੈ ਆਹੀ ਤੁਹਾਡੇ ਕੋਲ ਕੀ ਹੈ ਸੈਂਟਰ ਇਹਦਾ x ਕੋਆਰਡੀਨੇਟ ਜਿਹੜਾ 5/3 ਹੈ ਹਾਂਜੀ ਸਿਮਿਲਰਲੀ ਅਸੀਂ y ਵਾਸਤੇ ਦੇਖ ਸਕਦੇ ਹਾਂ y ਵਾਸਤੇ ਦੇਖੋ ਕਿੰਨਾ ਵਾ 2 + 1 ਕਿੰਨਾ ਬਣ ਗਿਆ ਤੁਹਾਡੇ ਕੋਲ 3 3 - 4 3 - 4 ਕਿੰਨਾ ਹੁੰਦਾ -1 -1/3 ਕਰਨਾ ਇਹੀ ਤੁਹਾਡੇ ਕੋਲ ਕੀ ਹੈਗਾ y ਕੋਆਰਡੀਨੇਟ ਆ ਗਿਆ -1, 3 ਸੋ ਆਪਸ਼ਨ ਸੀ जो है वो की है राइट आंसर है।